ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6ਵਾਂ। ਚੌਥੇ ਕਾਂਡ ਦਾ ਤੀਜਾ ਭਾਗ ਡੇਰਾਵਾਦ ਅਤੇ ਮ੍ਰਿਤਕ ਸੰਸਕਾਰ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਕ ਬਦਕਿਸਮਤੀ ਹੈ ਕਿ ਪੰਥਕ ਸਿੱਖ ਮਰਜ਼ਾਦਾ ਦੇ ਥਾਂ ਲਗਭਗ ਸਾਰੇ ਸਿੱਖ ਪਰਿਵਾਰਾਂ ਵਿੱਚ ਡੇਰਾਵਾਦ ਵੱਲੋਂ ਚਲਾਈ ਮਰਜ਼ਾਦਾ ਹੀ ਪ੍ਰਚਲਿਤ ਹੋ ਰਹੀ ਹੈ, ਕਿਉਂਕਿ ਅੱਜ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਡੇਰੇ ਦੀ ਆਵਾਜ਼ ਪੰਥ ਵਿੱਚ ਬਹੁਤੀ ਪ੍ਰਧਾਨ ਹੋ ਰਹੀ ਹੈ। ਇਸ ਲਈ ਸੱਚਖੰਡ ਨਿਵਾਸੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਦੀ ਲਿਖੀ ਪੁਸਤਕ ਗੁਰਮਤਿ ਰਹਿਤ ਮਰਜ਼ਾਦਾ ਵਿੱਚ ਲਿਖੇ ਮ੍ਰਿਤਕ ਸੰਸਕਾਰਾਂ ਦਾ ਉਹ ਪੱਖ ਜਿਹੜਾ ਸਿੱਖੀ ਨੂੰ ਬ੍ਰਾਹਮਣੀ ਰੀਤ ਨਾਲ ਜੋੜੀ ਤੁਰਿਆ ਜਾਣ ਵਿੱਚ ਮੋਹਰੀ ਹੈ, ਉਸ ਨੂੰ ਗੁਰਮਤਿ ਦੇ ਝਰੋਖੇ ਵਿੱਚੋਂ ਵਿਚਾਰ ਲੈਣਾ ਅਗਿਆਨੀ ਅੰਧ ਵਿਸ਼ਵਾਸੀਆਂ ਤੋਂ ਬਿਨਾਂ ਬਾਕੀਆਂ ਲਈ ਲਾਹੇਵੰਦ ਰਹੇਗਾ। ਆਖਰੀ ਸਵਾਸਾਂ 'ਤੇ ਪੁੱਜੇ ਹੋਏ ਮਨੁੱਖ ਦੀ ਕਲਿਆਣ ਕਰਵਾ ਸਕਣ ਦਾ ਢੰਗ ਦੱਸਦੇ ਹੋਏ ਭਿੰਡਰਾਂ ਵਾਲੇ ਮਹਾਂਪੁਰਖ ਜੀ ਪੁਸਤਕ ਦੇ 165 ਸਫ਼ੇ 'ਤੇ ਇਸ ਪ੍ਰਕਾਰ ਲਿਖਦੇ ਹਨ। ਨੰਬਰ 1। ਸਾਧ ਸੰਗਤ ਜੀ, ਜੇ ਬਿਮਾਰੀ ਆਦਿਕ ਦੇ ਕਾਰਨ ਮਾਲੂਮ ਹੋ ਜਾਏ ਕਿ ਪ੍ਰਾਣੀ ਚੜ੍ਹਾਈ ਕਰ ਜਾਵੇਗਾ ਅਤੇ ਉਸ ਤੋਂ ਕੋਈ ਬੱਜਰ ਕੁਰੈਤ ਹੋਈ ਹੋਵੇ ਤਾਂ ਅੰਮ੍ਰਿਤ ਛਕਾਉਣਾ ਚਾਹੀਦਾ ਹੈ। ਜੇ ਬੱਜਰ ਕੁਰੈਤ ਨਾ ਹੋਈ ਹੋਵੇ ਤਾਂ ਅਰਦਾਸ ਕਰਾਉਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਅਜਿਹੇ ਸਮੇਂ ਅੰਮ੍ਰਿਤ ਤਿਆਰ ਕਰਵਾ ਲੈਣ ਦਾ ਪ੍ਰਬੰਧ ਕਰ ਲੈਣਾ ਅਸੰਭਵ ਹੁੰਦਾ ਹੈ, ਪਰ ਜੇ ਸੰਤਾਂ ਦੇ ਕਿਸੇ ਕਰਾਮਾਤੀ ਢੰਗ ਨਾਲ ਖੰਡੇ ਬਾਟੇ ਦੀ ਪੌਲ ਤਿਆਰ ਹੋ ਵੀ ਜਾਵੇ, ਅਜਿਹੇ ਮਨੁੱਖ ਨੂੰ ਜਿਸ ਨੇ ਜ਼ਿੰਦਗੀ ਵਿੱਚ ਆਪਣੀ ਭੁੱਲ ਤੇ ਪਛਤਾਵਾ ਨਾ ਕੀਤਾ ਹੋਵੇ, ਉਸ ਨੂੰ ਮਰਨ ਸਮੇਂ ਪੌਲ ਛਕਾਉਣੀ ਬੜਾ ਹਾਸੋਹੀਣਾ ਕਰਮਕਾਂਡੀ ਪਾਖੰਡ ਹੈ। ਪਹੁਲ ਛਕਾਉਣ ਵਾਲੀ ਪਾਵਨ ਮਰਜ਼ਾਦਾ ਦਾ ਤਿਰਸਕਾਰ ਹੈ। ਨੰਬਰ 2। ਸਾਧ ਸੰਗਤ ਜੀ, ਜੇ ਉਹ ਸਿੰਘ ਪਹਿਲਾਂ ਰਹਿਤ ਵਾਲਾ ਹੋਵੇ ਅਤੇ ਬਿਮਾਰੀ ਦੀ ਹਾਲਤ ਵਿੱਚ ਰਹਿਤ ਢਿੱਲੀ ਹੋ ਗਈ ਹੋਵੇ, ਉਸ ਵੇਲੇ ਉਸ ਪ੍ਰੇਮੀ ਦਾ ਇਸ਼ਨਾਨ ਦਹੀਂ ਨਾਲ ਕਰਾਇਆ ਜਾਵੇ ਤੇ ਪੰਜੇ ਕਕਾਰ, ਗਾਤਰੇ, ਕਿਰਪਾਨ, ਕਛਹਿਰਾ ਤੇੜ ਤੇ ਗਲ ਵਿੱਚ ਕੁੜਤਾ, ਸਿਰ ਤੇ ਦਸਤਾਰ, ਗਲ ਵਿੱਚ ਪਰਨਾ ਤੇ ਕਮਰ ਕੱਸ ਕੇ ਦੂਜਾ ਕਛਹਿਰਾ ਪਰਨਾ ਸੁਕਾ ਕੇ ਨਾਲ ਬੰਨ੍ਹੇ, ਕੰਘਾ ਕੇਸਾਂ ਵਿੱਚ, ਹੱਥ ਵਿੱਚ ਕੜਾ, ਹੋ ਸਕੇ ਤਾਂ ਕਿਰਪਾਨ ਤੋਂ ਬਗੈਰ ਬਾਕੀ ਸਾਰੇ ਬਸਤਰ, ਗਾਤਰਾ, ਦਸਤਾਰ ਤੇ ਕੰਘਾ ਆਦਿਕ ਸਾਰੇ ਨਵੇਂ ਪਹਿਨੇ, ਕੜਾ ਤੇ ਕਿਰਪਾਨ ਪਹਿਨੇ ਹੀ ਰਹਿਣ ਦਿੱਤੇ ਜਾਣ। ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਸੰਤਾਂ ਮਹਾਂਪੁਰਖਾਂ ਦੀ ਪੁਸਤਕ ਵਿੱਚ ਲਿਖੇ ਅੰਤਮ ਸੰਸਕਾਰਾਂ ਵਿੱਚ ਕਿਸੇ ਬਾਲਕ, ਕਿਸੇ ਇਸਤਰੀ ਦੇ ਮ੍ਰਿਤਕ ਸਰੀਰ ਬਾਰੇ ਕੋਈ ਜ਼ਿਕਰ ਨਹੀਂ ਹੈ। ਨਾ ਹੀ ਕਿਸੇ ਅਜਿਹੇ ਸਿੰਘ ਦੀ ਮ੍ਰਿਤਕ ਦੇਹ ਬਾਰੇ ਕੁਝ ਲਿਖਿਆ ਮਿਲਦਾ ਹੈ ਜਿਹੜਾ ਅੰਤਲੇ ਸਵਾਸਾਂ ਤਾਈਂ ਸਿੱਖੀ ਰਹਿਤ ਮਰਜ਼ਾਦਾ ਵਿੱਚ ਪੱਕਾ ਰਿਹਾ ਹੋਵੇ। ਕੇਵਲ ਉਹਨਾਂ ਦੀ ਲੋਥ ਦੀ ਸੇਵਾ ਸੰਭਾਲ ਦਾ ਜ਼ਿਕਰ ਹੈ ਜਿਨ੍ਹਾਂ ਤੋਂ ਰਹਿਤ ਰੱਖਣ ਵਿੱਚ ਢਿੱਲ ਹੋ ਗਈ ਹੋਵੇ ਜਾਂ ਜਿਨ੍ਹਾਂ ਨੇ ਕੋਈ ਬੱਜਰ ਕੁਰੈਤ ਕੀਤੀ ਹੋਵੇ। ਅਜਿਹੀਆਂ ਹਦਾਇਤਾਂ ਲਿਖਣੀਆਂ ਗੁਰਮਤਿ ਦੀ ਖੰਡਨਾ ਕਰਨ ਦਾ ਪਾਪ ਹੈ, ਕਿਉਂਕਿ ਗੁਰਮਤਿ ਅਨੁਸਾਰ ਪ੍ਰਾਣੀ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਚੰਗਾ ਜਾਂ ਮਾੜਾ ਫਲ ਭੋਗਣ ਵਾਲੀ ਜੀਵ ਆਤਮਾ ਤਾਂ ਜਾ ਚੁੱਕੀ ਹੁੰਦੀ ਹੈ, ਪਿੱਛੇ ਤਾਂ ਕੇਵਲ ਉਹ ਕੁਝ ਰਹਿ ਗਿਆ ਹੁੰਦਾ ਹੈ ਜਿਸ ਨੇ ਮਿੱਟੀ ਵਿੱਚ ਰਲ ਕੇ ਮਿੱਟੀ ਹੋ ਜਾਣਾ ਹੁੰਦਾ ਹੈ। ਮਾਟੀ ਸਿਉਂ ਮਾਟੀ ਰਲੀ, ਨਾਂਗਾ ਉੱਠ ਜਾਈ। ਪੰਨਾ 809। ਘਰਦਿਆਂ ਬਾਹਰਦਿਆਂ ਸਾਰਿਆਂ ਨੂੰ ਵੀ ਵਾਸਤਵ ਵਿੱਚ ਕਾਹਲ ਇਹੀ ਹੁੰਦੀ ਹੈ ਕਿ ਇਸ ਹੱਡ, ਚੰਮ, ਮਾਸ, ਰਕਤ ਅਤੇ ਦੁਰਗੰਧ ਦੇ ਉਸ ਮਿਲ ਗੋਭੇ ਨੂੰ ਕਿਵੇਂ ਸਹਿਲ ਢੰਗ ਨਾਲ ਮਿੱਟੀ ਵਿੱਚ ਰਲਾ ਕੇ ਉਸ ਵਿੱਚ ਪਸਰ ਰਹੀ ਸੜਾਂ ਤੋਂ ਛੁਟਕਾਰਾ ਪਾਇਆ ਜਾਵੇ। ਇਸੇ ਵਿਚਾਰ ਅਧੀਨ ਹੀ ਕਾਢੋ ਕਾਢੋ ਹੋ ਰਹੀ ਹੁੰਦੀ ਹੈ। ਲੋਹ ਦਾ ਹਾਰ ਸ਼ਿੰਗਾਰ ਬ੍ਰਾਹਮਣੀ ਰੀਤੀ ਹੈ। ਉਂਝ ਮ੍ਰਿਤਕ ਨੂੰ ਭਾਵੇਂ ਰੇਸ਼ਮੀ ਕੱਪੜਿਆਂ ਵਿੱਚ ਲਪੇਟ ਕੇ ਸੁਗੰਧੀਆਂ ਲਾਵੋ ਅਤੇ ਭਾਵੇਂ ਉਸ ਨੂੰ ਕਿਸੇ ਗੰਦੇ ਟੋਏ ਵਿੱਚ ਸੁੱਟ ਦਿਓ, ਲੋਥ ਨੂੰ ਕੋਈ ਫਰਕ ਨਹੀਂ ਪੈਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ, ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੇ, ਜੇ ਮ੍ਰਿਤਕ ਕੋ ਬੇਸ਼ਟਾ ਮਾਹੀ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਪੰਨਾ 1160। ਇਸ ਦਾ ਭਾਵ ਇਹ ਨਹੀਂ ਹੈ ਕਿ ਮ੍ਰਿਤਕ ਸਰੀਰ ਦੀ ਸੰਭਾਲ ਨਹੀਂ ਕਰਨੀ, ਉਸ ਪ੍ਰਤੀ ਸ਼ਰਧਾ ਜਤਲਾਉਣੀ, ਆਦਰ ਸਤਿਕਾਰ ਨਾਲ ਸੰਸਕਾਰ ਆਦਿ ਕਰਨਾ ਮਨਮਤ ਹੈ। ਜ਼ਿੰਦਗੀ ਵਿੱਚ ਉਸ ਸਰੀਰ ਨਾਲ ਜਿੰਨਾ ਕਿਸੇ ਨੂੰ ਪਿਆਰ ਸੀ, ਉਸ ਨਾਲ ਜਿੰਨਾ ਗੂੜਾ ਸੰਬੰਧ ਸੀ, ਵਿਛੋੜੇ ਦਾ ਸੱਲ ਵੀ ਓਨਾ ਹੀ ਵੱਡਾ ਹੁੰਦਾ ਹੈ ਅਤੇ ਓਨਾ ਵੱਡਾ ਉਸ ਲੋਥ ਪ੍ਰਤੀ ਸਤਿਕਾਰ ਹੋਣਾ ਕੁਦਰਤ ਦਾ ਨਿਯਮ ਹੈ। ਆਪਣੇ ਪਿਆਰੇ ਦੇ ਸਰੀਰ ਨੂੰ
ਉਸੇ ਸਤਿਕਾਰ ਨਾਲ 5 ਤੱਤਾਂ ਵਿੱਚ ਰਲਾਉਣ ਲਈ ਅੱਗ, ਪਾਣੀ, ਕਬਰ ਆਦਿ ਵਿੱਚ ਪਾ ਦੇਣਾ ਬਿਲਕੁਲ ਹੀ ਹੋਰ ਗੱਲ ਹੈ। ਪਰ ਮਰ ਚੁੱਕੇ ਦੀ ਕਲਿਆਣ ਲਈ, ਉਸ ਦੇ ਸੱਚਖੰਡ ਵਿੱਚ ਵਾਸੇ ਲਈ, ਉਸ ਲਈ ਪ੍ਰਭੂ ਚਰਨਾਂ ਵਿੱਚ ਥਾਂ ਹਾਸਲ ਕਰਨ ਦੇ ਉਪਰਾਲੇ ਕਰਨੇ ਬ੍ਰਾਹਮਣਵਾਦ ਹੈ। ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲਿਆਂ ਨੇ ਆਪਣੀ ਪੁਸਤਕ ਦੇ 157 ਸਫ਼ੇ 'ਤੇ ਦੇਹ ਸੰਸਕਾਰ ਦੇ ਸੰਬੰਧ ਵਿੱਚ ਹੋਰ ਹਦਾਇਤਾਂ ਇਸ ਪ੍ਰਕਾਰ ਲਿਖੀਆਂ ਹਨ। ਨੰਬਰ 3, ਪ੍ਰਾਣੀ ਦੀ ਦੇਹ ਦੇ ਪਾਸ ਉੱਚੀ ਥਾਂ ਬੈਠ ਕੇ ਕੀਰਤਨ ਕੀਤਾ ਜਾਵੇ ਅਤੇ ਫਿਰ ਤਿਆਰੀ ਕਰਕੇ ਸ਼ਮਸ਼ਾਨ ਭੂਮੀ ਲੈ ਜਾਣ ਲੱਗਿਆਂ ਪਹਿਲਾਂ ਗੁਰਦੁਆਰੇ ਦੇ ਬੂਹੇ ਦੇ ਅੱਗੇ ਸੀੜੀ ਰੱਖ ਕੇ ਸਿਰ ਗੁਰਦੁਆਰੇ ਵੱਲ ਰੱਖਣਾ ਅਤੇ ਸਿਰ 'ਤੇ ਇੱਕ ਪਾਸੇ ਖੜ੍ਹੇ ਹੋ ਕੇ ਮਹਾਰਾਜ ਜੀ ਵੱਲ ਚਿਹਰਾ ਕਰਕੇ ਅਰਦਾਸ ਕਰਨੀ ਹੈ ਕਿ ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਆਪ ਦਾ ਸਿੱਖ ਫਲਾਣਾ ਸਿੰਘ ਚੜ੍ਹਾਈ ਕਰ ਗਿਆ ਹੈ। ਇਸ ਦੇ ਜੀਵਨ ਵਿੱਚ ਗਰੀਬ ਨਵਾਜ਼ ਜੀ ਗਲਤੀਆਂ ਹੋਈਆਂ ਹੋਣ, ਭੁੱਲਾਂ ਹੋਣ, ਰਹਿਤ ਵਿੱਚ ਗਲਤੀਆਂ ਹੋਈਆਂ ਹੋਣ, ਤੁਸੀਂ ਆਪ ਜੀ ਦਾ ਬਿਰਧ ਜਾਣ ਕੇ ਬਖਸ਼ੋ। ਆਪ ਜੀ ਦੀ ਸ਼ਰਨ ਹੈ ਮਹਾਰਾਜ ਜੀ। ਆਪ ਜੀ ਦੀ ਆਗਿਆ ਅਨੁਸਾਰ ਘੱਲੇ ਆਵੇ ਨਾਨਕਾ, ਸੱਦੇ ਉੱਠੀ ਜਾਹੇ। ਇਹ ਸੰਸਾਰ ਵਿੱਚ ਆਏ ਸਨ, ਆਪ ਜੀ ਦੀ ਆਗਿਆ ਨਾਲ ਇਹ ਸੰਸਾਰ ਵਿੱਚ ਰਹੇ ਹਨ ਅਤੇ ਆਪ ਜੀ ਦੇ ਹੁਕਮ ਨਾਲ ਹੁਣ ਪਰਲੋਕ ਨੂੰ ਚੱਲੇ ਹਨ। ਇਸ ਦੀ ਪੱਤ ਰੱਖਣੀ ਸੱਚੇ ਪਾਤਸ਼ਾਹ ਜੀ ਤੇ ਸੰਸਕਾਰ ਕਰਨ ਵਾਸਤੇ ਤਿਆਰ ਕੀਤਾ ਹੈ, ਕਿਰਪਾ ਕਰਕੇ ਬਖਸ਼ਣਾ। ਪੰਥ ਵੱਲੋਂ ਬਣੀ ਮਰਜ਼ਾਦਾ ਵਿੱਚ ਅਜਿਹੀ ਕੋਈ ਹਦਾਇਤ ਨਹੀਂ ਹੈ ਅਤੇ ਫਿਰ ਅਜਿਹਾ ਕੁਝ ਲਿਖ ਕੇ ਮਹਾਂਪੁਰਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ 2 ਸਿਧਾਂਤਾਂ ਦੀ ਖੰਡਨਾ ਕੀਤੀ ਹੈ। ਨੰਬਰ 1, ਮ੍ਰਿਤਕਾਂ ਦੇ ਸਰੀਰਾਂ ਨੂੰ ਗੁਰਦੁਆਰੇ ਲੈ ਜਾਣ ਦਾ ਕੀ ਇਹ ਅਰਥ ਹੈ ਕਿ ਸਤਿਗੁਰੂ ਜੀ ਜਾਣ ਵਾਲੇ ਆਪਣੇ ਸਿੱਖ ਦੇ ਅੰਤਮ ਦਰਸ਼ਨ ਕਰ ਲੈਣ, ਕਿਉਂਕਿ ਸਵਾਸਹੀਣ ਲੋਥ ਨੂੰ ਤਾਂ ਪਤਾ ਹੀ ਨਹੀਂ ਕਿ ਉਸ ਨੂੰ ਕਿਹੜੇ ਕਾਂ ਕੁੱਤੇ ਧੂਹੀ ਫਿਰਦੇ ਹਨ। ਮ੍ਰਿਤਕ ਦੀਆਂ ਗਲਤੀਆਂ ਅਤੇ ਭੁੱਲਾਂ ਦੀ ਖਿਮਾ ਮੰਗਣੀ ਅਤੇ ਪ੍ਰਾਣੀ ਦੀ ਸੱਚਖੰਡ ਵਿੱਚ ਵਾਸੇ ਦੀ ਮੰਗ ਕਰਨੀ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਗੁਰਮਤਿ ਸਿਧਾਂਤ ਨੂੰ ਬੇਲੋੜਾ ਮੰਨਣ ਵਾਲਾ ਹਾਸੋਹੀਣਾ ਯਤਨ ਹੈ। ਜੇ ਮਨ ਹਾਜ਼ਰ ਨਾ ਹੋਵੇ ਤਾਂ ਜਿਉਂਦੇ ਮਨੁੱਖ ਦੀ ਵੀ ਹਾਜ਼ਰੀ ਪ੍ਰਵਾਨ ਨਹੀਂ ਹੁੰਦੀ। ਮੁਰਦਾ ਲੋਥ ਨੂੰ ਗੁਰਦੁਆਰੇ ਹਾਜ਼ਰੀ ਭਰਨ ਲਈ ਲੈ ਜਾਣ ਦੀ ਗੱਲ ਕਰਨ ਵਾਲਾ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਨਹੀਂ, ਸਗੋਂ ਕੁਟਲ ਪੁਰੋਹਿਤ ਹੈ, ਜੋ ਜਿਉਂਦੇ ਸਿੱਖ ਨੂੰ ਉਸੇ ਅਗਿਆਨਤਾ ਦੀ ਖੱਡ ਵਿੱਚ ਧੱਕ ਰਿਹਾ ਹੁੰਦਾ ਹੈ ਜਿਸ ਵਿੱਚੋਂ ਸਤਿਗੁਰਾਂ ਨੇ 200 ਸਾਲ ਤੋਂ ਵੱਧ ਸਮੇਂ ਦੀ ਕਰੜੀ ਘਾਲਣਾ ਨਾਲ ਕੱਢਿਆ ਸੀ। ਗੁਰ ਸਭਾ ਏਮ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ, ਜਾਂ ਮਨ ਰਹੇ ਹਦੂਰ। ਪੰਨਾ 84। ਮੁਰਦੇ ਦਾ ਮੱਥਾ ਟਿਕਾਉਣ ਲਈ ਗੁਰੂ ਘਰ ਲੈ ਜਾਣਾ ਸਤਿਗੁਰਾਂ ਨਾਲ ਘਟੀਆ ਕਿਸਮ ਦੀ ਟਿੱਚਰ ਕਰਨ ਵਾਲੀ ਮੰਦ ਹਰਕਤ ਹੈ ਅਤੇ ਫਿਰ ਸਤਿਗੁਰਾਂ ਦਾ ਫਰਮਾਨ ਤਾਂ ਇਹ ਵੀ ਹੈ ਕਿ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਹਉਮੈ ਮੈਲ ਨਾ ਚੁਕਾਈ, ਨਾਮ ਨਾ ਲੱਗੈ ਪਿਆਰ, ਇੱਕ ਆਪੇ ਬਖਸ਼ ਮਲਾਇਨ, ਦੁਬਦਾ ਤਜ ਵਿਕਾਰ। ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ, ਸਤਿਗੁਰ ਹੇਤ ਪਿਆਰ। ਪੰਨਾ 594। ਅਰਥ, ਜਿਤਨਾ ਇਹ ਸਾਰਾ ਸੰਸਾਰ ਹੈ ਇਸ ਵਿੱਚ ਹਰੇਕ ਪ੍ਰਾਣੀ ਆਪਣੇ ਕਿਸੇ ਨਾ ਕਿਸੇ ਇਸ਼ਟ ਦੇ ਅਥਵਾ ਸਿੱਖ ਆਪਣੇ ਸਤਿਗੁਰ ਦੇ ਦਰਸ਼ਨ ਕਰਦਾ ਹੈ, ਪਰ ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਰੂਪੀ ਗਿਆਨ ਦੀ ਵਿਚਾਰ ਨਹੀਂ ਕਰਦਾ, ਕਿਉਂਕਿ ਵਿਚਾਰ ਕਰਨ ਤੋਂ ਬਿਨਾਂ ਭਾਵ ਸ਼ਬਦ ਗਿਆਨ ਤੋਂ ਮਿਲਦੀ ਸਿੱਖਿਆ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਢਾਲ ਲੈਣ ਤੋਂ ਬਿਨਾਂ ਹੰਕਾਰ ਰੂਪ ਮਨ ਦੀ ਮੈਲ ਨਹੀਂ ਉਤਰਦੀ ਅਤੇ ਨਾਮ ਵਿੱਚ ਪਿਆਰ ਨਹੀਂ ਬਣਦਾ। ਜਿਨ੍ਹਾਂ ਕਈ ਮਨੁੱਖਾਂ ਨੇ ਮੇਰ ਤੇਰ ਅਤੇ ਵਿਕਾਰ ਛੱਡੇ ਹਨ ਅਤੇ ਪ੍ਰਭੂ ਮਿਹਰ ਦੇ ਪਾਤਰ ਬਣੇ ਹਨ, ਉਹਨਾਂ 'ਤੇ ਪ੍ਰਭੂ ਨੇ ਮਿਹਰ ਕਰਕੇ ਆਪਣੇ ਨਾਲ ਮਿਲਾ ਲਿਆ ਹੈ। ਗੁਰਦੇਵ ਜੀ ਦਾ ਫਰਮਾਨ ਹੈ ਕਿ ਕਈ ਮਨੁੱਖ ਸਤਿਗੁਰ ਦਾ ਦਰਸ਼ਨ ਕਰਕੇ ਅਤੇ ਸ਼ਬਦ ਗਿਆਨ ਵਿੱਚ ਜੁੜ ਕੇ ਅਥਵਾ ਸਤਿਗੁਰੂ ਦੇ ਪਿਆਰ ਵਿੱਚ ਬਿਰਤੀ ਜੋੜ ਕੇ ਮਰ ਕੇ ਭਾਵ ਆਪਾ ਭਾਵ ਗਵਾ ਕੇ ਹਰੀ ਵਿੱਚ ਮਿਲ ਗਏ ਹਨ। ਮੁਰਦੇ ਨੇ ਵੇਖਣਾ ਜਾਂ ਸੁਣਨਾ ਕੀ ਅਤੇ ਸ਼ਬਦ ਦੀ ਵਿਚਾਰ ਕੀ ਕਰਨੀ। ਆਪਾ ਭਾਵ ਮਿਟਾ ਕੇ ਪ੍ਰਭੂ ਨਾਲ ਅਭੇਦ ਹੋ ਜਾਣ ਦੀ ਗੁਰੂ ਸਿੱਖਿਆ ਨੂੰ ਬੇਲੋੜੀ ਬਣਾ ਦੇਣ ਲਈ ਕਥਿਤ ਟਕਸਾਲੀ ਵਿਦਿਆਲੇ ਦੇ ਸੰਚਾਲਕ ਮਹਾਂਪੁਰਖ ਲੋਥਾਂ ਨੂੰ ਗੁਰਦੁਆਰੇ ਲੈ ਜਾ ਕੇ ਮ੍ਰਿਤਕ ਲਈ ਪ੍ਰਭੂ ਦਰਬਾਰ ਵਿੱਚ ਮਾਣ ਇੱਜ਼ਤ ਦਿੱਤਾ ਜਾਣ ਲਈ ਅਰਦਾਸਾਂ ਕਰਨ ਦੀ ਮਰਜ਼ਾਦਾ ਬਣਾ ਰਹੇ ਹਨ। ਉਸੇ ਸਫ਼ੇ 'ਤੇ ਹੀ ਮਨਮਤੀ ਮਰਜ਼ਾਦਾ ਸਿੱਖਿਆ ਨੂੰ ਚਾਲੂ ਰੱਖਦੇ ਹੋਏ
ਮਹਾਂਪੁਰਖ ਜੀ ਫਰਮਾਨ ਕਰਦੇ ਹਨ। ਨੰਬਰ 4, ਅਰਦਾਸ ਕਰਕੇ ਉਸ ਵੇਲੇ ਵਡਹੰਸ ਦੀ ਵਾਰ ਦਾ ਕੀਰਤਨ ਕਰਦੇ ਜਾਣਾ ਚਾਹੀਦਾ ਹੈ। ਪੌੜੀ ਖਲੋ ਕੇ ਲਾਉਣੀ ਚਾਹੀਦੀ ਹੈ। ਰਾਗੀ ਸਿੰਘ ਅੱਗੇ ਹੋਣ, ਪਿੱਛੇ ਨਾ ਹੋਣ ਤੇ ਰਾਗੀਆਂ ਵੱਲ ਨੂੰ ਸਿਰ ਹੋਵੇ। ਉਹ ਚੜ੍ਹਾਈ ਕੀਤੇ ਪੁਰਖ ਦਾ ਤੇ ਕੀਰਤਨ ਕਰਦੇ ਸ਼ਮਸ਼ਾਨ ਭੂਮੀ ਵਿੱਚ ਪਹੁੰਚ ਜਾਣਾ ਚਾਹੀਦਾ ਹੈ। ਜਿੱਥੇ ਚਿਖਾ ਬਣਾਈ ਜਾਵੇ ਉਹ ਲੱਕੜਾਂ ਦੀ ਹੋਣੀ ਚਾਹੀਦੀ ਹੈ ਅਤੇ ਗੋਹਿਆਂ ਦੀ ਨਹੀਂ ਹੋਣੀ ਚਾਹੀਦੀ। ਸਰੀਰ ਲੈ ਜਾ ਕੇ ਉਸ ਚਿਖਾ ਉੱਤੇ ਰੱਖ ਦੇਣਾ ਤੇ ਭਾਗੂੜਾ ਕੀਰਤਨੀਏ ਸਿੰਘ ਕੀਰਤਨ ਕਰਨ ਲੱਗ ਜਾਣ ਅਤੇ ਨਾਲ ਹੀ ਇੱਕ ਪ੍ਰੇਮੀ ਜਪਜੀ ਸਾਹਿਬ ਦਾ ਪਾਠ ਉਸ ਦੇ ਸਿਰਹਾਣੇ ਵੱਲ ਖਲੋ ਕੇ ਕਰਨ ਲੱਗ ਜਾਵੇ। ਬਾਕੀ ਦੇ ਚਿਖਾ ਸਵਾਰਨ ਤੇ ਪਾਠ ਸੁਣ। ਭਾਗੈੜਾ ਜਦੋਂ ਚਿਖਾ ਸਾਰੀ ਬਣ ਜਾਵੇ ਜਪਜੀ ਸਾਹਿਬ ਦਾ ਪਾਠ ਕਰਕੇ ਅਗਨੀ ਲਾਉਣ ਦੀ ਅਰਦਾਸ ਕਰਨੀ ਤੇ ਕਹਿਣਾ ਕਿ ਪਾਤਸ਼ਾਹ ਜੀ ਇਸ ਨੂੰ ਕਿਰਪਾ ਕਰਕੇ ਬਖਸ਼ ਲੈਣਾ, ਪਿਛਲੀਆਂ ਗਲਤੀਆਂ ਮੁਆਫ ਕਰਨੀਆਂ। ਇਉਂ 10ਵੇਂ ਪਾਤਸ਼ਾਹ ਜੀ ਦਾ ਬਚਨ ਹੈ, ਕਿਰਿਆ ਸਹਿਤ ਸਿੱਖ ਸੰਸਕਾਰੇ। ਭਾਗੀੜੀ ਜੇ ਉਸ ਤੋਂ ਗਲਤੀ ਹੋਈ ਹੋਵੇ ਰਹਿਤ ਵਿੱਚ, ਪਰ ਫਿਰ ਅੰਤ ਵੇਲੇ 5 ਕਕਾਰ ਪਹਿਰਾ ਕੇ ਅਰਦਾਸ ਕਰਕੇ ਇਉਂ ਕਿਰਿਆ ਦੇ ਸਮੇਤ ਜਪਜੀ ਸਾਹਿਬ ਦਾ ਪਾਠ ਕਰਕੇ ਉਹਦੇ ਜਨਮ ਦੀਆਂ ਭੁੱਲਾਂ ਬਖਸ਼ਾ ਕੇ ਅਰਦਾਸ ਕਰਕੇ ਅਗਨੀ ਲਾਉਣੀ ਚਾਹੀਦੀ ਹੈ। ਜਿਸ ਵਕਤ ਕੀਰਤਨ ਕਰਦਿਆਂ ਕਰਦਿਆਂ ਅੱਧ ਸਰੀਰ ਦਾ ਸੰਸਕਾਰ ਹੋ ਜਾਵੇ ਉਦੋਂ ਕੀਰਤਨ ਸੋਹਲਾ ਪੜ੍ਹ ਕੇ ਅਰਦਾਸ ਕਰਨੀ ਚਾਹੀਦੀ ਹੈ। ਸੱਸਾ ਫਿਰ ਉੱਥੋਂ ਗੁਰਦੁਆਰਾ ਸਾਹਿਬ ਆ ਕੇ ਇਸ਼ਨਾਨ ਕਰਕੇ ਉੱਥੇ ਕੜਾਹ ਪ੍ਰਸ਼ਾਦ ਕਰਕੇ ਉਹ ਸਿੱਖ ਦੇ ਨਿਮਿੱਤ ਨੰਬਰ 1 ਅਲਾਣੀਆਂ ਦਾ ਪਾਠ ਹੋਣਾ ਚਾਹੀਦਾ ਹੈ। 5 ਸ਼ਬਦ ਪੰਨਾ 574 ਤੇ। ਨੰਬਰ 2 ਆਸਾ ਮਹੱਲਾ ਪਹਿਲਾ, ਦੀਵਾ ਮੇਰਾ ਏਕ ਨਾਮ ਪੰਨਾ 357। ਨੰਬਰ 3 ਸੂਹੀ ਮਹੱਲਾ ਪੰਜਵਾਂ, ਕਰਮ ਧਰਮ ਪਖੰਡ ਜੋ ਦੀਸੇ ਪੰਨਾ 747 ਅਤੇ ਨੰਬਰ 4 ਮਾਰੂ ਮਹੱਲਾ ਪੰਜਵਾਂ, ਖੁੱਲ੍ਹਿਆ ਕਰਮ ਕਿਰਪਾ ਪਈ ਠਾਕੁਰ ਪੰਨਾ 1000। ਇਹਨਾਂ ਸ਼ਬਦਾਂ ਦਾ ਪਾਠ ਹੋਣਾ ਚਾਹੀਦਾ ਹੈ ਅਤੇ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਏ। ਹਾਹਾ ਜੇ ਹੋ ਸਕੇ ਤਾਂ ਉੱਥੇ ਹੀ ਅਲਾਣੀਆਂ ਆਦਿ ਪੜ੍ਹ ਕੇ ਅਰਦਾਸ ਕਰਕੇ ਪਾਠ ਪ੍ਰਾਰੰਭ ਕਰਕੇ ਪ੍ਰਸ਼ਾਦ ਵਰਤਾਏ, ਨਹੀਂ ਤਾਂ ਘਰ ਜਾ ਕੇ ਉਸੇ ਵਕਤ ਉਸੇ ਦਿਨ ਪ੍ਰਾਰੰਭ ਕਰ ਦੇਵੇ। ਜੇ ਹਿੰਮਤ ਹੋਵੇ ਸ੍ਰੀ ਅਖੰਡ ਪਾਠ ਸਾਹਿਬ ਦੀ ਤਾਂ ਸ੍ਰੀ ਅਖੰਡ ਪਾਠ ਕਰਵਾਵੇ। ਜੇ ਸਹਿਜ ਪਾਠ ਦੀ ਹਿੰਮਤ ਹੋਵੇ ਤਾਂ ਸਹਿਜ ਪਾਠ ਹੋਵੇ ਅਤੇ 10 ਦਿਨਾਂ ਦੇ ਅੰਦਰ ਪੂਰਾ ਕਰਨਾ ਚਾਹੀਦਾ ਹੈ। ਭਾਗ ਕੱਕਾ 10 ਦਿਨ ਉਸ ਪ੍ਰਾਣੀ ਦੇ ਨਿਮਿਤ ਨਿਤਨੇਮ ਦੀ ਬਾਣੀ ਦੇ ਪਾਠ ਕਰੇ। 5 ਬਾਣੀਆਂ ਅੰਮ੍ਰਿਤ ਦੀਆਂ, ਰਹਿਰਾਸ, ਕੀਰਤਨ ਸੋਲਾ, ਆਸਾ ਕੀ ਵਾਰ, ਸੁਖਮਣੀ ਸਾਹਿਬ, ਅਲਾਣੀਆਂ, ਪਾਤਸ਼ਾਹੀ 9ਵੀਂ ਦੀ ਸਾਰੀ ਬਾਣੀ। ਜੇ ਸਧਾਰਨ ਪਾਠ ਹੋਵੇ ਤਾਂ ਇੱਕ ਨਿਤਨੇਮ ਹਰ ਰੋਜ਼ ਕਰੇ। ਜੇ ਸ੍ਰੀ ਅਖੰਡ ਪਾਠ ਹੋਵੇ ਤਾਂ ਸ੍ਰੀ ਅਖੰਡ ਪਾਠ ਦੇ ਨਾਲ ਹੀ 10 ਨਿਤਨੇਮ ਕਰਕੇ ਭੋਗ ਪਾ ਕੇ ਅਰਦਾਸ ਕਰਨੀ। ਭਾਗ ਗੱਗਾ ਮਰਨ ਵਾਲੀ ਜਗ੍ਹਾ 'ਤੇ ਹਰ ਰੋਜ਼ ਸਵੇਰ ਦੇ ਵਕਤ ਜੈਸਰੀ ਦੀ ਵਾਰ ਦੇ 2-2 ਸਲੋਕਾਂ ਦੀ ਕਥਾ ਤੇ ਸਹਿਸਕ੍ਰਿਤੀ ਦੇ 6-6 ਸਲੋਕਾਂ ਦੀ ਕਥਾ ਹੋਵੇ। 10 ਦਿਨ ਤੱਕ ਕਰੇ ਰੋਜ਼ ਹੀ। ਸਭ ਪੁਰਾਣਾਂ ਦੀ ਕਥਾ ਤੋਂ ਬਹੁਤ ਵੱਡਾ ਮਹਾਤਮ ਹੈ। ਪ੍ਰਾਣੀ ਅਵਗਤ ਨਹੀਂ ਜਾਂਦਾ, ਸੁੱਖ ਹੁੰਦਾ ਹੈ ਤੇ ਸੱਚਖੰਡ ਵਿੱਚ ਵਾਸਾ ਹੁੰਦਾ ਹੈ। ਅੰਮ੍ਰਿਤਧਾਰੀ ਹੋਵੇ ਜਾਂ ਦੂਜਾ ਇੱਕੋ ਹੀ ਮਰਜ਼ਾਦਾ ਹੈ। ਸਫਾ 159 ਤੋਂ 160। ਭਾਗ ਘੱਗਾ ਜੇ ਕਥਾ ਕਰਨ ਵਾਲਾ ਨਾ ਹੋਵੇ ਤਾਂ ਪ੍ਰਾਣੀ ਦੀ ਚੜ੍ਹਾਈ ਵਾਲੀ ਥਾਂ 'ਤੇ ਇੱਕੇ ਦਿਨ ਹੀ ਸਾਰੀ ਜੈਸਰੀ ਦੀ ਵਾਰ ਤੇ ਸੰਸਕ੍ਰਿਤੀ ਪੜ੍ਹ ਦੇਵੇ ਸੁਬਾਹ ਦੇ ਵਕਤ। ਜੇ ਪ੍ਰਾਣੀ ਨੇ ਕਿਤੇ ਹੋਰ ਥਾਂ 'ਤੇ ਚੜ੍ਹਾਈ ਕੀਤੀ ਹੋਵੇ ਤਾਂ ਰਾਖ ਚੁਗਣ ਵਕਤ ਜੈਸਰੀ ਦੀ ਵਾਰ ਤੇ ਵਡਹੰਸ ਦੀ ਵਾਰ ਤੇ ਸੰਸਕ੍ਰਿਤੀ ਦਾ ਪਾਠ ਕਰ ਦੇਵੇ। ਵਿਚਾਰ ਭਾਗੂੜਾ ਪਹਿਲੀ ਦੁਖਦਾਈ ਗੱਲ ਇਹ ਹੈ ਕਿ ਮਹਾਂਪੁਰਖਾਂ ਨੇ ਇਹ ਨਹੀਂ ਲਿਖਿਆ ਕਿ ਜੇ ਕੀਰਤਨੀ ਜਥਾ ਨਾ ਮਿਲੇ ਤਾਂ ਫਿਰ ਕੀ ਕਰਨਾ ਚਾਹੀਦਾ ਹੈ। ਸਿੱਖ ਰਹਿਤ ਮਰਜ਼ਾਦਾ ਵਿੱਚ ਤਾਂ ਸ਼ਮਸ਼ਾਨ ਭੂਮੀ ਨੂੰ ਜਾਂਦਿਆਂ ਵੈਰਾਗਮਈ ਸ਼ਬਦ ਦਾ ਉਚਾਰਨ ਕਰਦੇ ਰਹਿਣ ਬਾਰੇ ਕਿਹਾ ਹੈ, ਪਰ ਮਹਾਂਪੁਰਖਾਂ ਨੇ ਖਾਸ ਤੌਰ 'ਤੇ ਵਡਹੰਸ ਦੀ ਵਾਰ ਦਾ ਕੀਰਤਨ ਕਰਦੇ ਜਾਣ ਵਾਸਤੇ ਕਿਸ ਕਾਰਨ ਲਿਖਿਆ ਹੈ। ਜੇ ਗੁਰਬਾਣੀ ਸ਼ਬਦ ਕੰਠ ਨਾ ਹੋਣ ਤਾਂ ਸਤਿਨਾਮ ਵਾਹਿਗੁਰੂ ਨਾਮ ਦਾ ਜਾਪ ਕਰਦੇ ਜਾਣ ਵਿੱਚ ਕੀ ਦੋਸ਼ ਹੈ। ਫਿਰ ਸ਼ਮਸ਼ਾਨ ਭੂਮੀ ਵਿੱਚ ਪੁੱਜ ਕੇ ਜਦ ਕੀਰਤਨੀ ਜਥਾ ਗੁਰਬਾਣੀ ਸ਼ਬਦਾਂ ਦਾ ਹੀ ਕੀਰਤਨ ਕਰ ਰਿਹਾ ਹੋਵੇ ਤਾਂ ਨਾਲ ਹੀ ਜਪਜੀ ਸਾਹਿਬ ਦਾ ਪਾਠ ਕਰੀ ਜਾਣ ਦਾ ਕੀ ਅਰਥ ਹੋਇਆ ਕਿ ਗੁਰਬਾਣੀ ਵਿੱਚ ਵੀ ਚੰਗੀ ਮਾੜੀ ਦਾ ਭੇਦ ਹੈ। ਅਜਿਹਾ ਭਰਮ ਕਿਸ ਕਾਰਨ ਗੁਰਬਾਣੀ ਨੂੰ ਵਰਤ ਕੇ ਕਿਤੇ ਸਿੱਖੀ ਵਿੱਚ ਸਾਰਾ ਗਰੁੜ ਪੁਰਾਣ ਹੀ ਤਾਂ ਨਹੀਂ ਵਾੜਿਆ ਜਾ ਰਿਹਾ।
ਭਾਗ ਐੜਾ ਅਤੇ ਈੜੀ। ਮ੍ਰਿਤਕ ਦੀਆਂ ਪਿਛਲੀਆਂ ਗਲਤੀਆਂ ਦੀ ਮਾਫ਼ੀ ਇੱਕ ਵਾਰੀ ਜਦ ਗੁਰਦੁਆਰੇ ਮੰਗਵਾ ਲਈ ਸੀ, ਫਿਰ ਚਿਖਾ ਕੋਲ ਖਲੋ ਕੇ ਮ੍ਰਿਤਕ ਲਈ ਹੀ 2 ਵਾਰੀ ਭੁੱਲਾਂ ਦੀ ਮਾਫ਼ੀ ਮੰਗੀ ਜਾਣ ਦਾ ਕੀ ਅਰਥ? ਕਿ ਚਿਖਾ ਕੋਲ ਖਲੋਤਿਆਂ ਨੂੰ ਮੌਤ ਯਾਦ ਨਹੀਂ ਆਉਂਦੀ? ਕਿ ਜਿਉਂਦਿਆਂ ਲਈ ਗੁਰਮੁਖਾਂ ਵਾਲੀ ਉੱਚੇ ਆਚਰਨ ਵਾਲੀ ਜੀਵਨ ਜੁਗਤ ਦੀ ਮੰਗ ਕਰਨੀ ਮ੍ਰਿਤਕ ਲਈ ਹਾਨੀਕਾਰਕ ਹੈ? ਭਾਗ ਸੱਸਾ ਅਤੇ ਹਾਹਾ। ਸ਼ਮਸ਼ਾਨ ਭੂਮੀ ਤੋਂ ਆ ਕੇ ਇਸ਼ਨਾਨ ਕਰਨ ਵਾਲਾ ਬ੍ਰਾਹਮਣਵਾਦ ਅਥਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ, ਸਗੋਂ ਗਰੁੜ ਪੁਰਾਣ ਦੀ ਸਿੱਖੀ ਹੈ। ਪੰਥ ਵੱਲੋਂ ਬਣੀ ਮਰਜ਼ਾਦਾ ਵਿੱਚ ਅਜਿਹੀ ਕੋਈ ਪਾਬੰਦੀ ਨਹੀਂ ਹੈ। ਬਾਣੀਆਂ ਦੇ ਪਾਠ ਦੀ ਚੋਣ ਵੀ ਸਿੱਖ ਰਹਿਤ ਮਰਜ਼ਾਦਾ ਦੇ ਅਨੁਕੂਲ ਨਹੀਂ। ਗੁਰਦੁਆਰੇ ਆ ਕੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦੀ ਉਚੇਚੀ ਚੋਣ ਕਰਨ ਤੋਂ ਮਹਾਂਪੁਰਖਾਂ ਦਾ ਕੀ ਮੰਤਵ ਹੈ? ਅਜਿਹੇ ਸ਼ੰਕੇ ਪੈਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਮਹਾਂਪੁਰਖਾਂ ਨੇ ਗੁਰਮਤਿ ਦੇ ਥਾਂ ਮਨਮਤ ਨੂੰ ਸ੍ਰੇਸ਼ਟ ਸਮਝਿਆ ਹੈ। ਗੁਰਮਤਿ ਅਨੁਸਾਰ ਬਣੀ ਮਰਜ਼ਾਦਾ ਦੀ ਨਿਸ਼ਾਨੀ ਇਹ ਹੈ ਕਿ ਉਸ ਵਿੱਚ ਕਿੰਤੂ ਲਈ ਕੋਈ ਥਾਂ ਨਹੀਂ ਹੈ। ਪੰਥਕ ਮਰਜ਼ਾਦਾ ਵਿੱਚ ਵੀ ਜਿੱਥੇ ਕਿੰਤੂ ਨੂੰ ਥਾਂ ਮਿਲਦੀ ਹੈ, ਉੱਥੇ ਬ੍ਰਾਹਮਣੀ ਪ੍ਰਭਾਵ ਦਾ ਹੋਣਾ ਹੀ ਸਿੱਧ ਹੁੰਦਾ ਹੈ। ਭਾਗ ਕੱਕਾ, ਖੱਖਾ, ਗੱਗਾ ਅਤੇ ਘੱਗਾ। 10 ਦਿਨਾਂ ਵਾਲਾ ਚੱਕਰ ਨਿਰੋਲ ਗਰੁੜ ਪੁਰਾਣ ਹੈ। ਪੜ੍ਹੋ ਗਰੁੜ ਪੁਰਾਣ ਦਾ 6ਵਾਂ ਅਧਿਆਇ। ਮੌਤ ਹੋਣ ਵਾਲੀ ਥਾਂ 'ਤੇ ਗੁਰਬਾਣੀ ਦਾ ਪਾਠ ਕਰਨਾ ਨਿਰੋਲ ਗਰੁੜ ਪੁਰਾਣ ਦੀ ਸਿੱਖੀ ਹੈ। ਵਿਪਰਨ ਕੀ ਰੀਤ ਹੈ। ਦਸ਼ਮੇਸ਼ ਜੀ ਤੋਂ ਬਗਾਵਤ ਹੈ। ਗੁਰਬਾਣੀ ਦੀ ਘੋਰ ਬੇਅਦਬੀ ਹੈ। ਕਾਰਨ ਗੁਰਬਾਣੀ ਦਾ ਜਿੰਨਾ ਵੀ ਪਾਠ ਕੀਤਾ ਜਾਵੇ ਚੰਗੀ ਗੱਲ ਹੈ, ਪਰ ਮ੍ਰਿਤਕ ਦੀ ਗਤੀ ਕਰਕੇ ਉਸ ਨੂੰ ਸੱਚਖੰਡ ਵਿੱਚ ਵਾਸਾ ਲੈ ਦੇਣ ਲਈ ਗੁਰਬਾਣੀ ਵਿੱਚੋਂ ਖਾਸ ਬਾਣੀਆਂ ਦੀ ਚੋਣ ਕਰਕੇ ਪਾਠ ਕਰਨ ਦਾ ਉਪਦੇਸ਼ ਜਾਂ ਵੱਡਾ ਮਹਾਤਮ ਪ੍ਰਾਪਤ ਕਰਨ ਦੀ ਇੱਛਾ ਨਾਲ ਖਾਸ ਸ਼ਬਦਾਂ ਅਥਵਾ ਸਲੋਕਾਂ ਦੀ ਕਥਾ ਜਾਂ ਕੀਰਤਨ ਕਰਨ ਦੀ ਗੱਲ ਗੁਰਬਾਣੀ ਦੀ ਬੇਅਦਬੀ ਹੈ। ਖਾਸ ਬਾਣੀ ਦੀ ਚੋਣ ਤੋਂ ਇਹ ਅਨੁਭਵ ਬਣਦਾ ਹੈ ਕਿ ਬਾਕੀ ਬਾਣੀ ਉਹ ਕਾਰਜ ਨਹੀਂ ਸਵਾਰ ਸਕਦੀ ਜਿਹੜਾ ਕਾਰਜ ਚੁਣੀ ਹੋਈ ਬਾਣੀ ਨੇ ਸਵਾਰਨਾ ਹੈ। ਕਿਸੇ ਵੀ ਕਾਰਜ ਦੀ ਸਿੱਧੀ ਦੇ ਮੰਤਵ ਨਾਲ ਗੁਰਬਾਣੀ ਦੀ ਚੋਣ ਕਰਨੀ ਬਾਕੀ ਬਾਣੀ ਬਾਰੇ ਅਸ਼ਰਧਾ ਬਣਾਉਣ ਦਾ ਪਾਪ ਹੈ ਅਤੇ ਗੁਰਬਾਣੀ ਦੀ ਸਖਤ ਬੇਅਦਬੀ ਹੈ। ਮ੍ਰਿਤਕ ਸਰੀਰ ਦੇ ਸੰਬੰਧ ਵਿੱਚ ਤਾਂ ਸਤਿਗੁਰਾਂ ਦਾ ਇੱਕ ਫਰਮਾਨ ਇਹ ਵੀ ਹੈ, ਇੱਕ ਦੱਜੈ ਇੱਕ ਦੱਬੀਐ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸੱਟੀਐ, ਇੱਕ ਭੀ ਫਿਰ ਹੱਸਣ ਪਾਹੇ, ਨਾਨਕ ਏਮ ਨਾ ਜਾਪਈ, ਕਿੱਥੇ ਜਾਏ ਸਮਾਹੇ। ਪੰਨਾ 648। ਅਰਥ ਮਰਨ 'ਤੇ ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇੱਕ ਨਾ ਲਵਾਰਸਾਂ ਨੂੰ ਕੁੱਤੇ ਖਾ ਜਾਂਦੇ ਹਨ, ਕੋਈ ਜਲ ਪ੍ਰਵਾਹ ਕੀਤੇ ਜਾਂਦੇ ਹਨ ਅਤੇ ਕਈ ਸੁੱਕੇ ਖੂਹ ਵਿੱਚ ਹੱਸਣ ਪਾਏ ਰੱਖੇ ਜਾਂਦੇ ਹਨ। ਨੋਟ: ਪਾਰਸੀ ਧਰਮ ਦੇ ਲੋਕਾਂ ਵਿੱਚ ਮ੍ਰਿਤਕ ਨੂੰ ਹੱਸਣ ਪਾਉਣ ਦਾ ਰਿਵਾਜ ਹੈ। ਖਾਸ ਟੋਏ ਵਿੱਚ ਲੋਥ ਰੱਖ ਦਿੰਦੇ ਹਨ ਅਤੇ ਗਿੱਝੇ ਹੋਏ ਜਾਨਵਰ, ਗਿਰਜਾਂ, ਕਾਂ, ਕੁੱਤੇ ਆਦਿ ਝਟਪਟ ਹੀ ਲੋਥ ਨੂੰ ਖਾਣ ਆ ਜਾਂਦੇ ਹਨ। ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਸਰੀਰਾਂ ਦੇ ਸਾੜਨ, ਦੱਬਣ ਆਦਿਕ ਨਾਲ ਇਹ ਪਤਾ ਨਹੀਂ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6ਵਾਂ, ਚੌਥੇ ਕਾਂਡ ਦਾ 3 ਭਾਗ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।